ਸਲਾਹ ਲਈ ਗਈ ਸੀ ਏਡੀਏ ਸਾਹਿਬ ਤੇ ਡੀ ਲੀਗਲ ਦੀ ਤੇ ਉਹਦੇ ਵਿੱਚ ਫੈਸਲਾ ਲੈਣ ਉਪਰੰਤ ਜਿਹੜੇ ਉਹਨਾਂ ਦੀ ਜਿਹੜੀ MRI ਮਸ਼ੀਨ ਦੇ ਸੀਡੀ ਆ ਉਹਦੀ ਵੀ ਜਿਹੜੀ ਹੈਗੀ ਆ ਸਸਪੈਂਸ਼ਨ ਕਰ ਦਿੱਤੀ ਗਈ ਆ। मैं तो पहले ही अपनी पिछली इंटरव्यू दसिया भी साढ़े सिवसन साहब बड़े चुस्त दुरुस्त बड़े काबिल अफसर आ, तो वो अपनी काबलियत के हिसाब नाल ही काम करनगे, तो उन्होंने वाकई करके विखाता। बिल्कुल जी आर्डर इशू हो के उन्होंने ਜਿਹੜੇ ਹੈਗੇ ਉੱਥੇ ਆਰਡਰ ਸੀ ਚਸਪਾ ਕਰ ਦਿੱਤੇ ਗਏ, ਆਰਡਰ ਉੱਥੇ ਕਰ ਦਿੱਤੇ ਗਏ ਤੇ ਸੈਂਟਰ ਅਗਲੇ ਹੁਕਮਾਂ ਤੱਕ ਜਿਹੜਾ ਹੈਗਾ ਉਹ ਕੋਈ ਵੀ ਨਾ ਅਲਟਰਾਸਾਊਂਡ ਤੋਂ ਪਹਿਲਾਂ ਸੀਲ ਹੈਗਾ, ਨਾ ਉਹ MRI ਕਰ ਸਕਦਾ ਤੇ ਨਾ ਉਹ CT ਸਕੈਨ ਕਰ ਸਕਦਾ। ਇਹ PMC ਨੂੰ ਵੀ ਇਹੀ ਲੈਟਰ ਲਿਖੀ ਵੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਕੈਂਸਲ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਤੇ ਵੀ ਕੰਮ ਨਾ ਕਰ ਸਕੇ ਤੇ ਇਹਦੇ ਵਰਗੇ ਜਿਹੜੇ ਹੋਰ ਉਹਨਾਂ ਦੀ ਵੀ ਕੀਤੀ ਜਾਵੇ, ਕਿਉਂ ਪਹਿਲਾਂ ਜਿੰਨੇ ਫੜੇ ਗਏ ਆ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। अमृतसर में सेहत विभाग की टीम को तब बड़ी कामयाबी मिली थी जब 17 जून को मजीठा रोड पर चल रहे DM डायग्नोस्टिक सेंटर पर छापामारी कर वहां पर अवैध तौर पर हो रहे भ्रूण जो चेक लिंग निर्धारण टेस्ट होता था उसको पकड़ा था, उसका पर्दा फाश किया था। मामला काफ़ी उछला था, अभी तक शायद उसकी गिरफ्तारी नहीं हुई है, लेकिन सेहत विभाग ने बहुत बड़ा निर्णय लिया है। पहली बार ऐसा हुआ है कि DM डायग्नोस्टिक सेंटर को अगले हुक्मों तक, अगले आदेशों तक उसको सस्पेंड कर दिया गया है, उसकी MRI भी बंद कर दी गई है और वह CT स्कैन भी नहीं कर सकेगा। इससे पहले सेहत विभाग की टीम की ओर से 3 जो है अल्ट्रासाउंड की मशीनें वह बंद की गई थी। आपको बता दें कि लुधियाना से एक टीम आई थी, चंडीगढ़ से भी टीम आई थी, संयुक्त तौर पर यहां पर छापेमारी की गई थी। किस तरह महिला को जासूस बनाकर वहां पर भेजा गया था और मौके पर ही पकड़ लिया गया था। सिविल सर्जन डॉक्टर चरणजीत सिंह खुद मौके पर गए थे और भी कई अधिकारी गए थे। हालांकि पुलिस ने उसको गिरफ्तार कर सकती थी उसी समय, लेकिन उसको गिरफ्तारी करने में ढील दिखाई, अभी तक उसकी गिरफ्तारी नहीं हुई है। इसी को लेकर एम्प्लॉइज वेलफेयर एसोसिएशन की ओर से मांग भी की गई थी कि जो DM डायग्नोस्टिक सेंटर का मालिक है उसकी पंजाब मेडिकल काउंसिल उसकी सदस्यता रद्द करे। हमारे साथ हैं अमृतसर के सिविल सर्जन डॉक्टर चरणजीत सिंह, उनसे बात करते हैं। सर नमस्कार जी। नमस्कार भाई साहब। डॉक्टर साहब SD ਸੈਕਸ ਡਿਟਰਮੀਨੇਸ਼ਨ ਹੋ ਰਿਹਾ ਸੀਗਾ ਉੱਥੇ, ਤੁਹਾਡੇ ਵੱਲੋਂ ਕਾਰਵਾਈ ਕਰਕੇ ਮੌਕੇ ਤੇ 3 ਮਸ਼ੀਨਾਂ ਸੀਲ ਵੀ ਕਰਤੀਆਂ ਗਈਆਂ ਸੀਗੀਆਂ। ਹੁਣ ਡਾਕਟਰ ਸਾਹਿਬ ਇੱਕ ਨਵੇਂ ਆਰਡਰ ਕੀਤੇ ਗਏ ਤੁਹਾਡੇ ਵੱਲੋਂ, ਉਹ ਕੀ ਹੈ ਜੀ? ਉਸ ਤੋਂ ਬਾਅਦ ਸਾਡੀ ਜਿਹੜੀ ਐਡਵਾਈਜ਼ਰੀ ਕਮੇਟੀ ਹੁੰਦੀ ਹੈ PNDT ਦੀ, ਜਿਹਦੇ 'ਚ ADA ਤੇ DA ਲੀਗਲ ਸਾਡੇ ਬਾਕੀ ਡਾਕਟਰ ਸਾਹਿਬਾਨ ਤੇ ਬਾਕੀ ਡਿਪਾਰਟਮੈਂਟ ਮੈਂਬਰ ਹੁੰਦੇ, ਜਿਹੜੇ ਕਿ ਸਾਡੀ ਇੱਕ ਅਥੈਂਟੀਕੇਟਡ ਬੋਡੀ ਹੈਗੀ, ਉਹ ਸਾਰੇ ਮੈਟਰ ਡਿਸਕਸ ਕਰਦੀ, ਭਾਵੇਂ ਰਿਨਿਊਅਲ ਹੋਣੀ ਆ ਜਾਂ ਇਹੋ ਜਿਹੇ ਮੈਟਰ ਆ। ਤੇ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀਗਾ, ਉਹ ਸਲਾਹ ਲਈ ਗਈ ਸੀ ADA ਸਾਹਿਬ ਤੇ DA ਲੀਗਲ ਦੀ ਤੇ ਉਹਦੇ ਵਿੱਚ ਫੈਸਲਾ ਲੈਣ ਉਪਰੰਤ ਜਿਹੜੇ ਉਹਨਾਂ ਦੀ ਜਿਹੜੀ MRI ਮਸ਼ੀਨ ਤੇ CD ਆ ਉਹਦੀ ਵੀ ਜਿਹੜੀ ਹੈਗੀ ਆ ਸਸਪੈਂਸ਼ਨ ਕਰ ਦਿੱਤੀ ਗਈ ਆ ਅਗਲੇ ਹੁਕਮਾਂ ਤੱਕ। ਅੱਛਾ ਮਤਲਬ ਇਹ ਪਹਿਲੇ ਤਾਂ 3 ਮਸ਼ੀਨਾਂ ਹੀ ਅਲਟਰਾਸਾਊਂਡ ਮਸ਼ੀਨਾਂ ਸੀਲ ਕੀਤੀਆਂ ਗਈਆਂ ਸੀ, ਹੁਣ ਮਤਲਬ MRI ਵੀ ਬੰਦ ਕਰ ਦਿੱਤੀ ਗਈ ਹੈ ਤੇ CT ਸਕੈਨ ਵੀ ਬੰਦ ਕਰ ਦਿੱਤਾ ਗਿਆ। ਡਾਕਟਰ ਸਾਹਿਬ ਇਹਦੇ ਲਈ ਆਰਡਰ ਇਸ਼ੂ ਹੋ ਗਏ? ਹਾਂ ਬਿਲਕੁਲ ਜੀ, ਆਰਡਰ ਇਸ਼ੂ ਹੋ ਕੇ ਉਹਨਾਂ ਨੂੰ ਜਿਹੜੇ ਹੈਗੇ ਉੱਥੇ ਆਰਡਰ ਸੀ ਚਸਪਾ ਕਰ ਦਿੱਤੇ ਗਏ, ਆਰਡਰ ਉੱਥੇ ਕਰ ਦਿੱਤੇ ਗਏ ਤੇ ਸੈਂਟਰ ਅਗਲੇ ਹੁਕਮਾਂ ਤੱਕ ਜਿਹੜਾ ਹੈਗਾ ਉਹ ਕੋਈ ਵੀ ਨਾ ਅਲਟਰਾਸਾਊਂਡ ਤੋਂ ਪਹਿਲਾਂ ਹੀ ਸੀਲ ਹੈਗਾ, ਨਾ ਉਹ MRI ਕਰ ਸਕਦਾ ਤੇ ਨਾ ਉਹ CT ਸਕੈਨ ਕਰ ਸਕਦਾ। ਅੱਛਾ ਡਾਕਟਰ ਸਾਹਿਬ, ਇਹਦੇ ਲਈ ਕੁਝ ਪੁਲਿਸ ਕੋ ਵੀ ਮਦਦ ਮੰਗੀ ਗਈ ਹੈ, ਕਿਉਂਕਿ ਆਮ ਤੌਰ ਤੇ ਦੇਖਿਆ ਕਿ ਕਈ ਲੋਕ ਨਾ ਉਤਾਰ ਦਿੰਦੇ ਆ ਵੀ ਪੁਲਿਸ ਨੂੰ ਇਨਫੋਰਮ ਕੀਤਾ ਵੀ ਇਹ ਕਰ ਨਾ ਸਕੀ ਕਿਉਂਕਿ ਇਲੀਗਲ ਹੈ। ਇਹ ਬੇਸਿਕਲੀ ਤੇ ਬੜਾ ਘਿਨੌਣਾ ਅਪਰਾਧ ਕੀਤਾ ਇਹਨੇ, ਲਿੰਗ ਜਿਹੜਾ ਨਿਰਧਾਰਨ ਟੈਸਟ ਕਰਨਾ ਸਰਕਾਰ ਨੇ ਇਸੇ ਕਰਕੇ ਕੀਤਾ ਸੀਗਾ ਕਿਉਂਕਿ ਲੜਕੀ ਲੜਕੇ ਦਾ ਰੇਸ਼ੋ ਦਾ ਬਹੁਤ ਜ਼ਿਆਦਾ ਅੰਤਰ ਹੋ ਗਿਆ ਸੀਗਾ। ਨਹੀਂ ਬਿਲਕੁਲ ਜੀ, ਪੁਲਿਸ ਦੀ ਜੇ ਸਾਨੂੰ ਲੋੜ ਪਊਗੀ ਤੇ ਪੁਲਿਸ ਦੀ ਮਦਦ ਵੀ ਲਈ ਜਾਏਗੀ, ਪਰ ਫਿਲਹਾਲ ਅਸੀਂ ਉਹਨਾਂ ਦੇ ਸਾਰੇ ਜਿਹੜਾ ਮੌਜੂਦਾ ਉੱਥੇ ਸਟਾਫ ਕੋਈ ਕੇਅਰ ਟੇਕਰ ਹੈਗੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਐਂਡ ਉਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਉਹਦੇ ਇੰਚਾਰਜ ਹੈਗਾ ਜੋ ਵੀ ਹੈ ਉਹਨਾਂ ਨੂੰ ਅਸੀਂ ਉਹਨਾਂ ਦੇ WhatsApp 'ਤੇ ਫਾਰਮਲੀ ਉਹ ਭੇਜ ਦਿੱਤਾ ਗਿਆ ਜਿਹੜਾ ਉਹ ਸਸਪੈਂਸ਼ਨ ਨੋਟਿਸ ਹੈਗਾ। ਇਸ ਕਰਕੇ ਮੇਰੇ ਉਹਦੇ ਵਿੱਚ ਕੋਈ ਦਿੱਕਤ ਨਹੀਂ, ਕਿਉਂਕਿ ਜਦੋਂ ਜਿਹੜੇ ਉਹਨਾਂ ਦੇ ਡਾਕਟਰ ਮਾਲਕ ਹੈਗੇ ਜੋ ਵੀ ਹੈਗੇ ਉਹ ਸਾਰਿਆਂ ਨੂੰ ਅਸੀਂ ਆਲਰੇਡੀ ਔਨ WhatsApp ਦੇ ਬੇਸਿਕਲੀ ਨਾਓ ਇਟ ਇਜ਼ ਆਫੀਸ਼ੀਅਲ WhatsApp ਜੀ ਉਹ ਭੇਜਤਾ ਤੇ ਜਿਹੜਾ ਉੱਥੇ ਨੋਟਿਸ ਲਗਾ ਵੀ ਦਿੱਤਾ ਗਿਆ ਤੇ ਉਹਨਾਂ ਨੂੰ ਹਦਾਇਤ ਵੀ ਕਰ ਦਿੱਤੀ ਕਿ ਤੁਸੀਂ ਟਿਲ ਫਰਦਰ ਆਰਡਰ MRI CT ਸਕੈਨ ਨਹੀਂ ਕਰਨਾ। ਅੱਛਾ ਡਾਕਟਰ ਸਾਹਿਬ, ਜਿਵੇਂ ਜਾਣਕਾਰੀ ਮਿਲੀ ਸੀ ਵੀ ਇੱਕ ਇਹਨਾਂ ਦਾ ਉੱਥੇ ਬਟਾਲੇ 'ਚ ਵੀ ਇੱਕ ਇਹਨਾਂ ਦਾ ਸੈਂਟਰ ਹੈ, ਉੱਥੇ ਵੀ ਕਿਆ ਇਸ ਤਰ੍ਹਾਂ ਦੀ ਕੋਈ ਤੇ ਨਹੀਂ ਹੋ ਰਿਹਾ ਸੈਕਸ ਡਿਟਰਮੀਨੇਸ਼ਨ ਲਿੰਗ ਨਿਰਧਾਰਨ ਟੈਸਟ ਤੇ ਨਹੀਂ ਹੋ ਰਿਹਾ, ਇਹਨੂੰ ਲੈ ਕੇ ਅਥਾਰਟੀ ਵੱਲੋਂ ਸਰ ਗੁਰਦਾਸਪੁਰ ਸਿਵਲ ਸਰਜਨ ਨੂੰ ਲਿਖਿਆ ਗਿਆ ਵੀ ਉੱਥੇ ਵੀ ਕੋਈ ਚੈਕਿੰਗ ਕੀਤੀ ਜਾਏ?
ਨਹੀਂ, ਅਸੀਂ ਉਹ ਲੋਕਲ ਸਾਨੂੰ ਜਿਹੜਾ ਕਲੂ ਕੋਈ ਮਿਲਿਆ ਉਹ ਅਸੀਂ ਲੋਕਲ ਫਿਲਹਾਲ ਚੈਕਿੰਗ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਕਲੂ ਮਿਲੇਗਾ ਉਹ ਬਾਕੀ ਡਿਸਟ੍ਰਿਕਟ ਲੋਡ ਪਏਗੀ ਤੇ ਉੱਥੇ ਵੀ ਤਾਲਮੇਲ ਕਰਕੇ ਕਾਰਵਾਈ ਕੀਤੀ ਜਾਏਗੀ। ਅੱਛਾ ਡਾਕਟਰ ਸਾਹਿਬ, ਇੱਕ ਇਹ ਵੀ ਦੇਖਿਆ ਦੇਖੋ ਜੋ ਪਤਾ ਚੱਲਿਆ ਸਰ ਸਾਨੂੰ ਵੀ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਵੀ ਪਹਿਲੇ ਤੇ ਇੱਥੇ ਜਿਹੜਾ ਐਸਡੀ ਸੈਕਸ ਡਿਟਰਮੀਨੇਸ਼ਨ ਕੀਤਾ ਜਾਂਦਾ ਸੀ, ਦੱਸਿਆ ਜਾਂਦਾ ਸੀ ਵੀ ਜਿਹੜਾ ਗਰਭ ਚ ਪਲ ਰਹੀ ਲੜਕੀ ਹੈ ਜਾਂ ਲੜਕਾ ਹੈ। ਜੇ ਲੜਕੀ ਹੁੰਦੀ ਸੀ ਤੇ ਉਹਦੀ ਸੈਟਿੰਗ ਕੀਤੀ ਜਾਂਦੀ ਸੀ। ਕੁਝ ਐਸੇ ਸੈਂਟਰ ਹੈਗੇ ਨੇ ਜਿੱਥੇ ਜਾ ਕੇ ਉਹਦਾ ਅਬੋਰਸ਼ਨ ਕਰਾਇਆ ਜਾਂਦਾ ਸੀਗਾ। ਕਿਆ ਸਰ ਇਸ ਐਂਗਲ ਤੇ ਵੀ ਹੈਲਥ ਡਿਪਾਰਟਮੈਂਟ ਕੋਈ ਜਾਂਚ ਕਰ ਰਿਹਾ ਜਾਂ ਪੁਲਿਸ ਦੀ ਇਹਦੇ 'ਚ ਮਦਦ ਲਿੱਤੀ ਜਾ ਰਹੀ ਹੈ? ਨਹੀਂ, ਬਿਲਕੁਲ, ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਪੁਲਿਸ ਕਰ ਰਹੀ ਹੈਗੀ ਹੈ ਤੇ ਵਾਂਸ ਉਹਨਾਂ ਵਿੱਚੋਂ ਜਿਹੜੇ ਬੰਦੇ ਕੋਈ ਅਰੈਸਟ ਹੁੰਦਾ ਤੇ ਜਦੋਂ ਪੁਲਿਸ ਇੰਟੈਰੋਗੇਟ ਕਰੇਗੀ, ਰਿਪੋਰਟ ਤਿਆਰ ਹੁੰਦੀ ਤੇ ਉਹ ਸਾਡੇ ਨਾਲ ਵੀ ਜਿਹੜੀ ਹੈਗੀ ਸਾਨੂੰ ਪਤਾ ਲੱਗੇਗਾ ਕਿ ਕਿਹੜੇ ਲੈਵਲ ਤੇ ਉਹ ਅੱਗੇ ਫਰਦਰ ਇੰਟੈਰੋਗੇਸ਼ਨ ਦੌਰਾਨ ਉਹ ਕਿੱਥੇ ਜੇ ਕਰਾਉਂਦੇ ਸੀ, ਭਰੂਣ ਹੱਤਿਆ ਹੁੰਦੀ ਸੀ, ਕਿੱਥੇ ਹੁੰਦੀ ਸੀ, ਫਿਰ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ। ਸੈਕਸ ਜਿਹੜੀ ਹੈ ਸੁਧਾਰ ਵਾਸਤੇ ਲੜਕਾ ਲੜਕੀ ਦੇ ਸੁਧਾਰ ਵਾਸਤੇ ਹੈਲਥ ਡਿਪਾਰਟਮੈਂਟ ਕੀ ਸਰ ਪ੍ਰੀਵੈਂਟਿਵ ਮੇਜਰ ਲੈ ਰਿਹਾ ਜਾਂ ਕੀ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਆਇਆ ਜੀ? ਅਦਰਵਾਈਜ਼ ਤਾਂ ਅਸੀਂ ਸਾਰੇ ਜਿਹੜੇ PNAT ਸਾਡੇ ਸੈਂਟਰ ਨੇ ਉਹਨਾਂ ਨਾਲ ਅਸੀਂ ਜਿਹੜੀ ਇੱਕ ਮੀਟਿੰਗ ਵੀ ਕਰਦੇ ਹਾਂ, ਵਰਕਸ਼ਾਪ ਵੀ ਅਸੀਂ ਕਰਦੇ ਹੈਗੇ ਹਾਂ। ਉਹ ਵਰਕਸ਼ਾਪ ਵਿੱਚ ਉਹਨਾਂ ਨੂੰ ਜਿਹੜੇ ਲੇਟੈਸਟ ਰੂਲਸ ਰੈਗੂਲੇਸ਼ਨ ਆ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਕੀ ਰੂਲਸ ਰੈਗੂਲੇਸ਼ਨ ਹੈ। ਉਸ ਤੋਂ ਇਲਾਵਾ ਅਸੀਂ ਇੰਸਪੈਕਸ਼ਨ ਜਿਹੜੀਆਂ ਹੈਗੀਆਂ ਅਰਾਊਂਡ 50 to 60 ਇੰਸਪੈਕਸ਼ਨ ਪਰ ਮੰਥ ਸਾਡੇ ਵੱਲੋਂ 2 ਤੋਂ 3 ਟੀਮਾਂ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਆ SOM ਲੈਵਲ ਦੇ ਘੱਟੋ ਘੱਟ ਉਹ ਟੀਮਾਂ ਬਣਾ ਕੇ ਸਾਰੇ ਸੈਂਟਰਾਂ ਦੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਜਿਹੜਾ ਸਾਡਾ ਫੀਲਡ ਸਟਾਫ ਆ, ਖਾਸ ਤੌਰ 'ਤੇ ਸਾਡੇ ਜਿਹੜੇ ANM ਤੇ ਆਸ਼ਾ ਹੈਗੀਆਂ ਉਹਨਾਂ ਨੂੰ ਵੀ ਰਾਹੀਂ SMO ਜਿਹੜੀ ਹਦਾਇਤ ਕੀਤੀ ਗਈ ਆ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਵੀ ਕਰੋ ਇਸ ਬਾਰੇ ਤੇ ਜਿੱਥੇ ਉਹਨਾਂ ਨੂੰ ਕੋਈ ਇਹਦੀ ਭਣਕ ਲੱਗਦੀ ਹੈ ਕਿ ਕੋਈ ਨਰਸਿੰਗ ਹੋਮ ਜਾਂ ਕੋਈ ਛੋਟਾ ਮੋਟਾ ਕੋਈ ਕਲੀਨਿਕ ਜਾਂ ਕੋਈ ਦਾਈ ਇਹ ਕੰਮ ਕਰ ਰਹੀ ਤੇ ਉਹ ਸਾਡੇ ਧਿਆਨ ਵਿੱਚ ਵੀ ਲਿਆਂਦਾ ਜਾਵੇ। ਅੱਛਾ ਸਰ, ਡਾਕਟਰ ਸਾਹਿਬ ਕਿਆ ਅਥਾਰਟੀ ਵੱਲੋਂ ਤੁਸੀਂ ਡਿਸਟ੍ਰਿਕਟ ਅਥਾਰਟੀ ਹੋ ਲਿਖਿਆ ਜਾਏਗਾ ਪੰਜਾਬ ਮੈਡੀਕਲ ਕੌਂਸਲ ਨੂੰ ਵੀ ਕਿਉਂਕਿ ਅਨਐਥੀਕਲ ਪ੍ਰੈਕਟਿਸ ਹੈ, ਬਹੁਤ ਘਿਨੌਣਾ ਅਪਰਾਧ ਹੈ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਇੰਬੈਲੈਂਸ ਹੋ ਰਿਹਾ ਹੈ, ਕੁਰੀਤੀਆਂ ਕਈ ਤਰ੍ਹਾਂ ਦੀਆਂ ਪੈਦਾ ਹੋ ਜਾਣਗੀਆਂ ਵੀ ਐਸੇ ਬੰਦਿਆਂ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਰੱਦ ਕਰਨੀ ਚਾਹੀਦੀ ਹੈ? ਨਹੀਂ ਜੀ, ਬਿਲਕੁਲ, ਉਹ ਵੀ ਅਸੀਂ ਲੀਗਲੀ ਜਿਹੜਾ ਹੈ ਤੁਹਾਨੂੰ ਦੱਸਿਆ ਕਿ ਲੀਗਲੀ ਸਲਾਹ ਲੈ ਕੇ ਜਿਹੜੀ ਕਾਰਵਾਈ ਬਣਦੀ ਹੈ ਉਹ ਸਾਰੀ ਕਾਰਵਾਈ ਕੀਤੀ ਜਾਏਗੀ। ਤੁਸੀਂ ਹੋਰ ਕੁਝ ਦੱਸਣਾ ਚਾਹੋ ਜੀ? ਨਹੀਂ, ਬਿਲਕੁਲ, ਮੇਰੀ ਤੁਹਾਡੇ ਚੈਨਲ ਰਾਹੀਂ ਸਾਰੇ ਜਿਹੜੇ ਪਹਿਲਾਂ ਤਾਂ ਅਪੀਲ ਹੈਗੀ ਹੈ ਕਿ ਅੰਮ੍ਰਿਤਸਰ ਦੇ ਸਾਡੇ ਜਿੰਨੇ ਵੀ ਜ਼ਿਲ੍ਹੇ ਦੇ ਵਾਸੀ ਹੈਗੇ ਕਿ ਇਹ ਸਾਨੂੰ ਇਹੋ ਜਿਹੜਾ ਮਤਲਬ ਸਰਕਾਰ ਵੱਲੋਂ ਅਤੇ ਪਰਮਾਤਮਾ ਵੱਲੋਂ ਇਹੀ ਹੈ ਕਿ ਜਿਹੜੇ ਕੁੜੀ ਅਤੇ ਮੁੰਡਾ ਇੱਕੋ ਚੀਜ਼ ਹੈਗੀ ਹੈ ਅਤੇ ਕੋਈ ਫਰਕ ਨਹੀਂ ਹੈਗਾ। ਅਤੇ ਸਾਨੂੰ ਸਤਿਕਾਰ ਜਿਹੜਾ ਹੈਗਾ ਬੱਚਿਆਂ ਦਾ ਕਰਨਾ ਚਾਹੀਦਾ, ਭਾਵੇਂ ਉਹ ਬੇਟੀ ਹੈ ਜਾਂ ਬੇਟਾ ਹੈਗਾ, ਅਤੇ ਕਿਸੇ ਪਬਲਿਕ ਨੂੰ ਇਸ ਕੰਮ ਵਿੱਚ ਨਹੀਂ ਪੈਣਾ ਚਾਹੀਦਾ। ਅਤੇ ਦੂਸਰਾ, ਮੈਂ ਸਾਰੇ ਜਿਹੜੇ ਅਲਟਰਾਸਾਊਂਡ ਸੈਂਟਰ ਆ ਤੁਹਾਡੇ ਚੱਲ ਰਾਹੀਂ ਸਾਰਿਆਂ ਨੂੰ ਇਹ ਅਪੀਲ ਵੀ ਕਰਾਂਗਾ ਅਤੇ ਹਦਾਇਤ ਵੀ ਕਰਾਂਗਾ ਕਿ ਇਹੋ ਜਿਹੀ ਐਕਟੀਵਿਟੀ ਤੋਂ ਬਿਲਕੁਲ ਬਚਿਆ ਜਾਵੇ, ਨਹੀਂ ਤਾਂ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬਣਦੀ ਆ ਉਹ ਜੇ भी कोई होएगा वो कार्रवाई की जाएगी। ये थे अमृतसर के सिविल सर्जन डॉक्टर चरणजीत सिंह, जिनकी ओर से बताया गया कि DM डायग्नोस्टिक सेंटर को अगले आदेशों तक सस्पेंड कर दिया गया है। ना तो MRI कर सकेगा और ना ही CT स्कैन कर सकेगा। वहाँ पर नोटिस चिपका दिया गया है और पुलिस को भी सूचित कर दिया गया है और पूरे स्टाफ को भी बता दिया गया है कि यहाँ पर अब ना तो कोई टेस्ट होगा और सेंटर पूरी तरह से बंद रहेगा। अब ये उन लोगों के लिए भी सेहत विभाग की ओर से उन लोगों को एक संदेश दिया गया है, ये सख्त कार्रवाई करके, जो ये घिनौना काम करते हैं। अमृतसर में हो या पंजाब में कहीं पर भी जहां पर ये लोग सेक्स डिटर्मिनेशन करते हैं, उनके खिलाफ सख्त से सख्त कार्रवाई होनी चाहिए। पंजाब मेडिकल काउंसिल भी उसकी सदस्यता रद्द करेगी, क्योंकि एम्प्लॉइज वेलफेयर एसोसिएशन की ओर से पंजाब मेडिकल काउंसिल को और सरकार को भी इसके खिलाफ लिखा गया है। बहुत बड़ी खबर है अमृतसर से इस समय की कि किस तरह उस सेंटर को सील कर दिया गया है पूरी तरह से। अभी तक उसकी गिरफ्तारी नहीं हुई है। इसको लेकर हम बात करेंगे एम्प्लॉइज वेलफेयर एसोसिएशन के अधिकारियों से भी, उनका क्या कहना है। साल नाले एम्प्लॉइज वेलफेयर एसोसिएशन के चेयरमैन राकेश शर्मा जी, नमस्कार। नमस्कार जी। एक तुसी चिट्ठी लिखी सी DM डायग्नोस्टिक के खिलाफ एम्प्लॉइज वेलफेयर एसोसिएशन वालों हैल्थ डिपार्टमेंट ਨੂੰ ਵੀ ਉਹ ਕਿਹਾ ਸੀ ਮਾਮਲਾ। ਅੱਜ ਤੁਹਾਨੂੰ ਦੱਸ ਦਈਏ ਕਿ ਸਿਵਲ ਸਰਜਨ ਸਾਹਿਬ ਨੇ ਇਹਦਾ ਜਿਹੜਾ CT ਸਕੈਨ ਔਰ ਜਿਹੜਾ MRI ਹੈ ਉਹਨੂੰ ਵੀ ਅਗਲੇ ਹੁਕਮਾਂ ਲਈ ਸਸਪੈਂਡ ਕਰਤਾ, ਕਿਉਂਕਿ ਇੱਥੇ ਸੈਕਸ ਡਿਟਰਮੀਨੇਸ਼ਨ ਹੋ ਰਿਹਾ ਸੀ। DM ਡਾਇਗਨੋਸਟਿਕ ਸੈਂਟਰ ਜਿਹੜਾ ਰੰਗੇ ਹੱਥੀਂ ਡਿਪਾਰਟਮੈਂਟ ਵੱਲੋਂ ਸੈਕਸ ਡਿਟਰਮੀਨੇਸ਼ਨ ਟੈਸਟ ਕਰਦਿਆਂ ਫੜਿਆ ਗਿਆ ਸੀ। ਇਹਨਾਂ ਨੇ ਡਿਪਾਰਟਮੈਂਟ ਸਾਡੇ ਨੇ ਸਿਵਲ ਸਰਜਨ ਸਾਹਿਬ ਨੇ ਉਹਦੀਆਂ ਜਿਹੜੀਆਂ ਮਸ਼ੀਨ ਸੀ ਅਲਟਰਾਸਾਊਂਡ ਮਸ਼ੀਨਾਂ ਉਹ ਜਿਹੜੀਆਂ ਸੀਲ ਕਰਤੀਆਂ ਸੀ। ਸਾਡੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਤੋਂ, ਸਿਵਲ ਸਰਜਨ ਸਾਹਿਬ ਤੋਂ, ਪ੍ਰਿੰਸੀਪਲ ਸੈਕਟਰੀ ਹੈਲਥ
ਤੇ ਡਾਇਰੈਕਟਰ ਹੈਲਥ ਤੋਂ ਮੰਗ ਕੀਤੀ ਸੀ ਵੀ ਇਹਦਾ ਜਿਹੜਾ ਸੀਟੀ ਸਕੈਨ ਆ ਤੇ MRI ਆ ਉਹਨੂੰ ਵੀ ਸਸਪੈਂਡ ਕੀਤਾ ਜਾਵੇ ਤੇ ਸੈਂਟਰ ਪਰਮਾਨੈਂਟ ਸੀਲ ਕੀਤਾ ਜਾਵੇ। ਹੁਣ ਮੈਨੂੰ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਾ ਵੀ ਸਾਡੇ ਸਿਵਲ ਸਰਜਨ ਸਾਹਿਬ ਨੇ ਇਹਨਾਂ ਦਾ ਸੀਟੀ ਸਕੈਨ ਤੇ MRI ਸਸਪੈਂਡ ਕਰ ਦਿੱਤੀ ਆ। ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ। ਮੈਂ ਤਾਂ ਪਹਿਲਾਂ ਹੀ ਆਪਣੀ ਪਿਛਲੀ ਇੰਟਰਵਿਊ ਦੱਸਿਆ ਵੀ ਸਾਡੇ ਸਿਵਲ ਸਰਜਨ ਸਾਹਿਬ ਬੜੇ ਚੁਸਤ ਦਰੁਸਤ ਬੜੇ ਕਾਬਲ ਅਫਸਰ ਆ ਤੇ ਉਹ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਹੀ ਕੰਮ ਕਰਨਗੇ ਤੇ ਉਹਨਾਂ ਨੇ ਵਾਕਿਆ ਕਰਕੇ ਵਿਖਾਤਾ। ਤੁਹਾਨੂੰ ਲੱਗਦਾ ਤੁਹਾਨੂੰ ਕਿ ਜਿਹੜਾ ਹੁਣ ਪੰਜਾਬ ਮੈਡੀਕਲ ਕਾਉਂਸਲ ਨੂੰ ਵੀ ਸਖਤ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੀਆਂ ਕਾਲੀਆਂ ਭੇੜਾਂ ਦੇ ਖਿਲਾਫ ਜਿਹੜਾ ਸਮਾਜ ਲਈ ਕਾਨੂੰਨਾ ਕੰਮ ਕਰ ਰਹੇ ਕਿਉਂਕਿ ਸੰਤੁਲਨ ਵਿਗੜ ਰਿਹਾ ਲੜਕਾ ਲੜਕੀ ਨੂੰ ਲੈ ਕੇ। ਇਹ PMC ਨੂੰ ਵੀ ਇਹੀ ਲੈਟਰ ਲਿਖੀ ਵੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਕੈਂਸਲ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਤੇ ਵੀ ਕੰਮ ਨਾ ਕਰ ਸਕੇ ਤੇ ਇਹਦੇ ਵਰਗੇ ਜਿਹੜੇ ਹੋਰ ਉਹਨਾਂ ਦੀ ਵੀ ਕੀਤੀ ਜਾਵੇ ਕਿਉਂ ਪਹਿਲਾਂ ਜਿੰਨੇ ਫੜੇ ਗਏ ਆ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਹੁਣ ਮੈਨੂੰ ਉਮੀਦ ਹੈਗੀ ਆ ਵੀ ਸਿਵਲ ਸਰਜਨ ਸਾਹਿਬ ਕਿਉਂ ਸਾਡੇ ਜਿਹੜੇ ਸੈਕਟਰੀ ਸਾਹਿਬ ਆ ਨਾ ਬਹੁਤ ਇਮਾਨਦਾਰ ਤੇ ਕਾਬਲ ਬੰਦੇ ਆ ਅਜੋਏ ਸ਼ਰਮਾ ਜੀ, ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਹੇਠਾਂ ਸਿਵਲ ਸਰਜਨ ਸਾਹਿਬ ਵੀ ਕਾਬਲ ਅਫਸਰ ਆ ਕੰਮ ਕਰਨਗੇ ਤੇ ਇਹਨੂੰ ਜਿਹੜਾ ਕੇਸ ਹੈ ਇਹਨੂੰ ਮੁਕਾਮ ਤੱਕ ਪਹੁੰਚਾਉਣਗੇ ਤੇ ਇਹਨੂੰ ਸਜ਼ਾ ਜ਼ਰੂਰ ਦਿਵਾਉਣਗੇ। ਕਰੀਬ 1 ਹਫ਼ਤਾ ਹੋ ਗਿਆ ਡਾਇਗਨੋਸਟਿਕ ਸੈਂਟਰ ਤੇ ਛਾਪਾ ਮਾਰਿਆ, ਰੰਗੇ ਹੱਥੀ ਬੰਦਾ ਫੜਿਆ ਗਿਆ। ਹਜੇ ਤੱਕ ਪੁਲਿਸ ਵੱਲੋਂ ਗ੍ਰਿਫਤਾਰੀ ਕੋਈ ਨਹੀਂ ਕੀਤੀ ਗਈ। ਵੀ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਹੈ ਇਹ ਕਾਨੂੰਨ ਦਾ ਸਹਾਰਾ ਲੈ ਕੇ ਅਦਾਲਤ ਤੋਂ ਰਿਲੀਫ ਲੈ ਲੈਂਦੇ ਨੇ ਗ੍ਰਿਫਤਾਰੀ, ਕਿਉਂਕਿ ਪਤਾ ਲੱਗਣਾ ਚਾਹੀਦਾ ਵੀ ਪਹਿਲੇ ਇੱਥੇ ਟੈਸਟ ਕਰਦੇ ਸੀਗੇ ਫਿਰ ਇਹਦਾ ਜਿਹੜਾ ਅਬੋਰਸ਼ਨ ਉਹ ਕਿੱਥੋਂ ਕਰਾਇਆ ਜਾਂਦਾ ਸੀ, ਇਹ ਵੀ ਬੜਾ ਵੱਡਾ ਸਵਾਲ ਹੈ। ਇਹ ਅਸੀਂ ਫਿਰ ਡਿਮਾਂਡ ਕੀਤੀ ਲੈਟਰ ਲੈ ਕੇ ਵੀ ਇਹ ਨੈਕਸਸ ਜਿਹੜਾ ਨੰਗਾ ਹੋਣਾ ਚਾਹੀਦਾ। ਪੁਲਿਸ ਜਿਹੜੀ ਇਸ ਤਰ੍ਹਾਂ ਦੇ ਕੇਸਾਂ ਨੂੰ ਸੀਰੀਅਸਲੀ ਨਹੀਂ ਲੈ ਰਹੀ, ਜਿਹੜੀ ਬਹੁਤ ਮੰਦਭਾਗੀ ਗੱਲ ਹੈ। ਮੈਂ ਪੁਲਿਸ ਕਮਿਸ਼ਨ ਨੂੰ ਵੀ ਇੱਕ ਲੈਟਰ ਲਿਖੀ ਆ ਵੀ SHO ਦਾ ਰਵੱਈਆ ਜਿਹੜਾ ਬਹੁਤ ਵਧੀਆ ਨਹੀਂ ਹੈਗਾ, ਉਹਨਾਂ ਨੂੰ ਹਦਾਇਤ ਕੀਤੀ ਜਾਵੇ ਵੀ ਇਹਨਾਂ ਜਿੰਨੇ ਵੀ ਇਹ ਨੈਕਸਸ ਦਾ ਪਰਦਾਫਾਸ਼ ਕਰਨ ਤੇ ਜਿੰਨੇ ਵੀ ਦੋਸ਼ੀ ਹੈਗੇ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਕਰਕੇ ਤੇ ਜੇਲ੍ਹ ਦੇ ਵਿੱਚ ਭੇਜਣ। ये थे एम्प्लॉइज़ वेलफेयर एसोसिएशन के चेयरमैन राकेश शर्मा, जिनकी ओर से एक पत्र लिखा गया है हेल्थ सेक्रेटरी को, चीफ मिनिस्टर को और पुलिस कमिश्नर को भी कि इसके खिलाफ ऐसी जो भी काली भेड़ें हैं उनकी पहचान कर उन्हें उन सलाखों की पीछे भेजा जाए। आखिरकार इसे पकड़ने में देरी क्यों की जा रही है, क्योंकि ये पता लगाना बहुत ज़रूरी है। पहले वहाँ पर DM डायग्नोस्टिक सेंटर में पहले वहाँ पर भ्रूण की जांच की जाती थी, बताया जाता था घर में पल रहा लड़का है या लड़की, बाद में उसका अबॉर्शन कहाँ होता था। ये सब लोग भी समाज के सामने आने चाहिए क्योंकि इससे समाज का संतुलन बिगड़ रहा है। लड़कियां कम हैं और लड़के अधिक पैदा हो रहे हैं। इसी को लेकर PNDT एक्ट बनाया गया था, लेकिन कुछ ऐसे लालची जो भेड़िए हैं समाज में वो सरकार के आदेशों का भी पालन नहीं कर रहे। अब उम्मीद कर रहे हैं कि पुलिस शीघ्र ही इन्हें गिरफ्तार कर लेगी। अमृतसर से D4 न्यूज़ के लिए दीपक भंडारी की खास रिपोर्ट।